हालेलुया। जय मसीह की। सिस्टर क्या नाम है आपका? ब्रदर मेरा नाम अमनदीप कौर है। मैं दसूहा सैवू जिला हुशियारपुर से और आज मैं अपने जीवन की बहुत बड़ी उपलब्धि देने जा रही हूँ। और साथ में आपके हस्बैंड हैं? हाँ जी, ये मेरे हस्बैंड है, इन्हों का नाम मनिंदर सिंह है। जी, क्या गवाही है बहन, आप खुद बताएं खुलकर कि क्या गवाही है, कैसे परमेश्वर ने आपके जीवन में ये काम किया और क्या टेस्टमनी है, आप खुद बताएं। ਬ੍ਰਦਰ ਅਪ੍ਰੈਲ 2017 ਵਿੱਚ ਮੇਰੀ ਮੈਰਿਜ ਹੋਈ ਸੀ ਤੇ ਉਸ ਤੋਂ ਬਾਅਦ ਅਸੀਂ ਮਤਲਬ ਬੇਬੀ ਕਨਸੀਵ ਕਰਨ ਬਾਰੇ ਸੋਚ ਰਹੇ ਸੀ ਤੇ ਬਟ ਮੈਨੂੰ ਥੋੜੀ ਪ੍ਰੋਬਲਮ ਆ ਰਹੀ ਸੀ, ਮੈਂ ਬੇਬੀ ਕਨਸੀਵ ਨਹੀਂ ਕਰ ਪਾ ਰਹੀ ਸੀ ਤੇ ਜਦੋਂ ਬੇਬੀ ਕਨਸੀਵ ਨਹੀਂ ਹੋ ਰਿਹਾ ਸੀ ਤਾਂ ਅਸੀਂ ਸੋਚਿਆ ਵੀ ਚਲੋ ਅਸੀਂ ਹਸਪੀਟਲ ਚੈੱਕ ਕਰਵਾ ਕੇ ਆਉਂਦੇ ਹਾਂ ਵੀ ਕੀ ਪ੍ਰੋਬਲਮ ਹੈਗੀ ਆ। ਤੇ ਮਤਲਬ ਜਦੋਂ ਮੈਨੂੰ ਪੀਰੀਅਡ ਆਉਂਦੇ ਸੀ ਮੇਰੇ ਬਹੁਤ ਜ਼ਿਆਦਾ ਪੇਨ ਹੋਣ ਲੱਗ ਪੈਂਦੀ ਸੀ, ਮੇਰੇ ਪੇਟ 'ਚ ਨਿਚਲੇ ਹਿੱਸੇ 'ਚ ਵੀ ਬਹੁਤ ਭਾਰੀਪਨ ਰਹਿਣ ਲੱਗ ਪੈਂਦਾ ਸੀ। ਫਿਰ ਅਸੀਂ ਸੋਚਿਆ ਵੀ ਚਲੋ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਚੈੱਕ ਕਰਵਾਉਂਦੇ ਹਾਂ ਵੀ ਕੀ ਪ੍ਰੋਬਲਮ ਹੈਗੀ ਆ। ਜਦੋਂ ਅਸੀਂ ਡਾਕਟਰ ਦਾ ਅਲਟਰਾਸਾਊਂਡ ਇੱਕ ਵਾਰੀ ਕਰਕੇ ਦੇਖ ਲੈਂਦੇ ਹਾਂ। ਜਦੋਂ ਡਾਕਟਰ ਨੇ ਅਲਟਰਾਸਾਊਂਡ ਕੀਤਾ ਤਾਂ ਉਹਦੇ ਵਿੱਚ ਮੇਰੇ ਪਾਣੀ ਵਾਲੀਆਂ ਰਸੋਲੀਆਂ ਆਈਆਂ ਤੇ ਡਾਕਟਰ ਨੇ ਮੈਨੂੰ ਕਿਹਾ ਇਸ ਦੀ ਦਵਾਈ ਖਾਓ ਤੇ ਜਦੋਂ ਤੱਕ ਤੁਸੀਂ ਮਤਲਬ ਤੁਹਾਡੀਆਂ ਰਸੋਲੀਆਂ नहीं ठीक हो जाती ਤੁਸੀਂ बेबी नहीं कंसीव कर सकते। ਤੇ डॉक्टर ने आपको जब आपकी अल्ट्रासाउंड की तो उन्होंने बताया कि आपके यूट्रस में जो है कि मल्टीपल रसौलियां हैं, कोई 1 2 4 नहीं बल्कि बहुत ज्यादा रसौलियां हैं। हाँ जी ब्रदर। जिसके कारण आपके जो पीरियड है वो इनरेगुलर है। हाँ जी। और इसी के कारण आप प्रेगनेंसी कंसीव नहीं कर पा रहे। हाँ जी ब्रदर। फिर क्या कहा, क्या हल है उसका, डॉक्टर ने क्या कहा? ਬ੍ਰਦਰ ਡਾਕਟਰ ਨੇ ਮੈਨੂੰ ਕਿਹਾ ਵੀ ਤੁਸੀਂ ਇਸ ਚੀਜ਼ ਦੀ ਦਵਾਈ ਖਾਓ ਤੇ ਤੁਹਾਡੀਆਂ ਰਸੋਲੀਆਂ ਠੀਕ ਹੋ ਜਾਣਗੀਆਂ। ਮੈਂ ਮਤਲਬ 2-3 ਮਹੀਨੇ ਮੈਂ ਦਵਾਈ ਖਾਧੀ ਇਸੇ ਤਰ੍ਹਾਂ ਹੀ। ਉਸ ਤੋਂ ਬਾਅਦ ਜਦੋਂ ਮੈਂ 2-3 ਮਹੀਨੇ ਦਵਾਈ ਖਾਧੀ ਮੈਂ ਡਾਕਟਰ ਕੋਲ ਗਈ, ਉਹਨਾਂ ਨੇ ਮੈਨੂੰ ਫਿਰ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਜਦੋਂ ਮੈਂ ਅਲਟਰਾਸਾਊਂਡ ਕਰਵਾਈ ਫਿਰ ਵੀ ਰਸੋਲੀਆਂ ਠੀਕ ਨਹੀਂ ਸੀ ਹੋਈਆਂ, ਫਿਰ ਉੱਦਾਂ ਹੀ ਪਾਣੀ ਵਾਲੀਆਂ ਰਸੋਲੀਆਂ ਆਈਆਂ ਮੇਰੇ ਤੇ ਮੈਨੂੰ ਪ੍ਰੈਗਨੈਂਸੀ ਕੰਸੀਵ ਹੋ ਹੀ ਨਹੀਂ ਪਾ ਰਹੀ ਸੀ। ਫਿਰ ਮੈਂ ਜਲੰਧਰ ਦੇ ਵੱਡੇ ਹਸਪੀਟਲ ਵਿੱਚ ਵੀ ਦਿਖਾਇਆ, ਉੱਥੇ ਵੀ ਇੱਦਾਂ ਹੀ ਉਹਨਾਂ ਨੇ ਮੇਰੇ ਮਤਲਬ ਦਵਾਈ ਦਿੱਤੀ, ਮੈਨੂੰ ਕੋਈ ਫਰਕ ਨਹੀਂ ਪਿਆ। ਫਿਰ ਮੈਂ ਦਸੂਹੇ ਦੇ ਹਸਪੀਟਲ ਵਿੱਚ ਗਈ ਵੱਡੇ 'ਚ, ਉਹਨਾਂ ਨੇ ਵੀ ਮਤਲਬ ਮੈਨੂੰ ਅਲਟਰਾਸਾਊਂਡ ਕੀਤੀ, ਉਹਦੇ 'ਚ ਫਿਰ ਰਸੋਲੀਆਂ ਆਈਆਂ ਤੇ ਉਹ ਕਹਿੰਦੇ ਵੀ ਮਤਲਬ ਤੁਸੀਂ ਫਿਰ ਦਵਾਈ ਖਾਓ, 1 ਮਹੀਨਾ ਦਵਾਈ ਖਾਓ ਤੁਸੀਂ। ਮੈਂ ਮਤਲਬ ਜਦੋਂ ਦਵਾਈ ਖਾਧੀ ਫਿਰ ਅਲਟਰਾਸਾਊਂਡ ਹੋਈ ਮੇਰੀ ਬਟ ਕੋਈ ਫਰਕ ਨਹੀਂ ਪਿਆ ਮੇਰੀ ਰਸੋਲੀਆਂ ਨੂੰ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਬੇਬੀ ਨਹੀਂ ਕੰਸੀਵ ਕਰ ਪਾਓਗੇ ਜਦੋਂ ਤੱਕ ਤੁਹਾਡੇ ਮਤਲਬ ਰਸੋਲੀਆਂ ਨਹੀਂ ਠੀਕ ਹੋ ਜਾਂਦੀਆਂ। ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ, ਮਤਲਬ ਮੇਰੇ ਹਸਬੈਂਡ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਸੀ ਵੀ ਅਸੀਂ ਏਡੇ ਏਡੇ ਹਸਪਤਾਲਾਂ ਵਿੱਚ ਜਾ ਰਹੇ ਹਾਂ, ਰਸੋਲੀਆਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈਗਾ। ਮਤਲਬ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ, ਕਿਸੇ ਵੇਲੇ ਦੁਖੀ ਹੋ ਜਾਣਾ, ਰੋਣਾ ਵੀ ਬਹੁਤ ਜ਼ਿਆਦਾ ਆਉਣਾ ਵੀ ਬੇਬੀ ਕਿਉਂ नहीं हो पा रहा। क्योंकि मैरिज को आपकी 2017 में मैरिज हुई। हाँ जी। मैरिज को 5 साल हो चुके थे। हाँ जी ब्रदर। और इन 5 सालों में आप एक भी बार प्रेग्नेंट नहीं हुए। हाँ जी ब्रदर। तो प्रेगनेंसी ना होने के कारण आप डिप्रेशन में रहते हाँ थे, जी परेशान ब्रदर। रहते थे। हाँ कैसे जी। हालत थे उस समय आपकी, कैसी कंडीशन थी आपकी उस समय? बहुत ਪੁੱਛਦੇ ਸੀ, ਕਿਸੇ ਨੇ ਕਿਸੇ ਡਾਕਟਰ ਦੀ ਸਲਾਹ ਦੇਣੀ, ਕਿਸੇ ਨੇ ਕਿਸੇ ਡਾਕਟਰ ਦੀ ਸਲਾਹ ਦੇਣੀ, ਪਰ ਨਹੀਂ ਕਿਸੇ ਡਾਕਟਰ ਕੋਲੋਂ ਵੀ ਮੈਨੂੰ ਫਰਕ ਨਹੀਂ ਸੀ ਪੈਂਦਾ ਬ੍ਰਦਰ। और इन 5 सालों में आपने बहुत सारे डॉक्टर बदले। हाँ जी। लगभग कितने डॉक्टरों के पास आप गए? ब्रदर मैं घट्टो घट्ट मतलब 4-5 डॉक्टरों को चेक करवा चुकी थी। और 4-5 डॉक्टरों ने हर बार क्या कहते थे हर बार? ਬ੍ਰਦਰ ਉਹ ਇਹੀ ਗੱਲ ਬੋਲਦੇ ਸੀਗੇ ਵੀ ਰਸੋਲੀਆਂ ਜਦ ਤੱਕ ਨਹੀਂ ਤੁਹਾਡੇ ਫਰਕ ਪੈਂਦਾ ਹੈਗਾ ਤੁਸੀਂ ਨਹੀਂ ਬੇਬੀ ਕੰਸੀਵ ਕਰ ਪਾਓਗੇ। और वहाँ से आपने लगातार दवाई ट्रीटमेंट भी आपका चलता रहा? हाँ जी ब्रदर। मेडिसिन खाने से कोई असर नहीं हुआ? कोई असर नहीं ब्रदर होता सी। और जब बार बार हर बार डॉक्टर जब भी रिपोर्ट करते आपके बहुत बार टेस्ट किए गए? हाँ जी ब्रदर। तो हर बार जैसे डॉक्टर कहते हैं कि मल्टीपल रसौलियाँ हाँ हैं, जी। आपको मेडिसिन खाने की, हाँ जी। तो क्या आता था मन में उस समय? हर बार जब भी डॉक्टर के पास जाना हर बार वो हाँ एक ही बात कहते थे आपको? हाँ जी। ਮਤਲਬ ਬ੍ਰਦਰ ਕਿਸੇ ਟਾਈਮ ਗੁੱਸਾ ਵੀ ਆ ਜਾਂਦਾ ਸੀ ਕਿ ਵੀ ਨਹੀਂ ਹੁਣ ਮੈਂ ਕੋਈ ਦਵਾਈ ਨਹੀਂ ਖਾਣੀ ਹੈਗੀ, ਅਗਰ ਹੋਣਾ ਹੋਏਗਾ ਬੇਬੀ ਹੋ ਜਾਏਗਾ ਨਹੀਂ ਤੇ ਠੀਕ ਆ। ਜਿੱਦਾਂ ਪਰਮੇਸ਼ਰ 'ਚ ਸਾਡਾ ਵਿਸ਼ਵਾਸ ਸੀ, ਮੈਂ ਹੀ ਕਹਿੰਦੀ ਸੀ ਕਿ ਕੋਈ ਨਹੀਂ ਮੈਨੂੰ ਪਰਮੇਸ਼ਰ ਦੇ ਦੇਗਾ, ਪਰ ਮੈਂ ਦਵਾਈ ਖਾ ਕੇ ਨੱਕ ਗਈ ਸੀ। ਮੈਂ ਕਿਹਾ ਸੀ ਵੀ ਹੁਣ ਨਹੀਂ ਮੈਂ ਦਵਾਈ ਨਹੀਂ ਖਾਣੀ ਹੈਗੀ, ਹੋਣਾ ਹੋ ਜਾਏਗਾ ਬੇਬੀ। तो दूसरे लोगों से मिलना, रिश्तेदारों से, हाँ जी। वो क्या कहते थे? वो
आपको इतने साल मैरिज को हो चुके हैं, हाँ जी, तरह तरह की बातें, हाँ जी। बहुत सारी ऐसी बातें आपने सुनी हैं, आप हाँ खुद बताएं क्या क्या कहते थे उस समय लोग। ब्रदर मतलब ਸ਼ਰਮਿੰਦਗੀ ਨਹੀਂ ਹੁੰਦੀ ਸੀ ਅਗਰ ਕੋਈ ਫੰਕਸ਼ਨ ਵਗੈਰਾ ਵੀ ਹੁੰਦਾ ਸੀ ਅਸੀਂ ਉੱਥੇ ਨਹੀਂ ਜਾਈਦਾ ਸੀ ਵੀ ਸਾਨੂੰ ਸਾਰੇ ਬੇਬੀ ਬਾਰੇ ਪੁੱਛ ਲੈਣਗੇ ਅਸੀਂ ਕੀ ਜਵਾਬ ਦੇਵਾਂਗੇ ਮਤਲਬ ਮੈਨੂੰ ਬਹੁਤ ਸ਼ਰਮ ਆਉਂਦੀ ਸੀਗੀ ਵੀ ਮੈਂ ਕਿਸੇ ਨੂੰ ਕੀ ਦੱਸਾਂ ਵੀ ਮੇਰੇ ਰਸੋਲੀਆਂ ਪਾਣੀ ਵਾਲੀਆਂ ਕੀ ਕਸਾਂ ਕਿਉਂਕਿ ਮੈਨੂੰ ਹਰ ਕੋਈ ਫਿਰ ਡਾਕਟਰ ਦੀ ਸਲਾਹ ਦਿੰਦਾ ਸੀ ਪਰ ਮੇਰਾ ਬਹੁਤ ਜ਼ਿਆਦਾ ਮਨ ਅੱਕ ਚੁੱਕਿਆ ਸੀ ਮੈਂ ਕਿਹਾ ਨਹੀਂ ਮੈਂ ਡਾਕਟਰ ਕਿਸੇ ਡਾਕਟਰ ਕੋਲ ਨਹੀਂ ਦਵਾਈ ਲੈਣੀ ਹੈਗੀ। ब्रदर आप बताएं कि जब 5 सालों में एक भी बार वाइफ प्रेग्नेंट नहीं हुए तो क्या मन में आता था या यार दोस्त रिश्तेदार क्या कहते थे, क्या महसूस करते थे आप उस समय। ਮਤਲਬ ਜੀ ਜਦੋਂ ਇੱਦਾਂ ਹੀ ਜਾਣਾ ਕੰਮ ਕਾਰ ਤੇ ਵੀ ਸਾਰਿਆਂ ਨੇ ਇਹੀ ਪੁੱਛਣਾ ਵੀ ਤੁਹਾਡੇ ਬੇਬੀ ਨਹੀਂ ਹੈਗਾ ਬਹੁਤ ਜ਼ਿੰਦਗੀ ਫੀਲ ਹੁੰਦੀ ਸੀ ਕਿਤੇ ਵੀ ਜਾਣਾ ਸਾਰਿਆਂ ਨੇ ਇਹੀ ਕਹਿਣਾ ਵੀ ਤੁਹਾਡੇ ਬੇਬੀ ਨਹੀਂ ਹੈਗਾ ਜਿੱਥੇ ਵੀ ਜਾਣਾ ਕਿਸੇ ਨੇ ਕਹਿਣਾ ਇੱਥੋਂ ਦੇਸੀ ਦਵਾਈ ਖਾ ਲਓ ਕਿਸੇ ਨੇ ਕਹਿਣਾ ਉੱਥੋਂ ਖਾ ਲਓ ਤੁਸੀਂ ਸਾਡਾ ਪਰ ਪ੍ਰਭੂ ਤੇ ਵਿਸ਼ਵਾਸ ਸੀ ਅਸੀਂ ਕਹੇ ਕਿਤੇ ਦਵਾਈ ਨਹੀਂ ਖਾਣੀ ਹੈਗੀ ਵੀ ਜਦੋਂ ਪ੍ਰਭੂ ਦੇਗਾ ਠੀਕ ਆ नहीं देगा ਤਾਂ ਵੀ ਠੀਕ ਆ। पर फिर भी लोगों की बातें सुनकर बहुत मन में उदासी रहती थी, रोते थे आप, परेशान रहते थे। ਬ੍ਰਦਰ ਜੀ ਇਹ ਘਰੇ ਇਕੱਲੀ ਪਰੇਸ਼ਾਨ ਹੁੰਦੀ ਸੀ ਤੇ ਮੈਂ ਕੰਮ ਤੇ ਪਰੇਸ਼ਾਨ ਰਹਿਣਾ ਕਿਉਂਕਿ ਜਿੱਥੇ ਵੀ ਜਾਣਾ ਮੈਰਿਜ ਨੂੰ 5 ਸਾਲ ਹੋ ਗਏ ਸੀਗੇ ਸਾਰਿਆਂ ਨੇ ਇਸੀ ਗੱਲ ਕਹਿਣੀ ਵੀ ਤੁਹਾਡੇ ਬੇਬੀ ਨਹੀਂ ਹੈਗਾ ਤੁਹਾਡੇ ਬੇਬੀ ਨਹੀਂ ਹੈਗਾ ਕੀ ਕਰਨਾ ਬ੍ਰਦਰ ਚੁੱਪ ਕਰਕੇ ਰਹਿ ਜੀਦਾ ਸੀ ਬਸ ਘਰੇ ਆਣ ਕੇ ਰੋਣਾ ਤੇ ਜਾਂ ਵਾਈਫ ਨੇ ਰੋਣਾ। लोगों के सामने मतलब अपने आप को शांत रखना पर अकेले में बैठ के आप बताएं सिस्टर कि आप रोते थे, परेशान होते, क्या क्या कैसे ख्याल आते थे उस समय मन में। ਮਤਲਬ ਬ੍ਰਦਰ ਜਦੋਂ ਇਹ ਕੰਮ ਤੇ ਚਲੇ ਜਾਂਦੇ ਸੀ ਤਾਂ ਮੈਂ ਘਰ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਸੀ ਸੋਚੀ ਪਈ ਰਹਿਣਾ ਇਦਾਂ ਹੀ ਮੇਰੇ ਮਨ 'ਚ ਇਹ ਵੀ ਆਉਣਾ ਵੀ ਪਤਾ ਨਹੀਂ ਇਹ ਮੇਰੇ ਬਾਰੇ ਕੀ ਸੋਚਦੇ ਹੋਣਗੇ ਮੈਨੂੰ ਬਹੁਤ ਜ਼ਿਆਦਾ ਮਤਲਬ ਫੀਲ ਹੁੰਦਾ ਸੀ ਉਸ ਟਾਈਮ। और तरह तरह की बातें सुनना, लोगों के ताने मैंने कि आपकी मैरिज को इतने साल हो चुके हैं तो घर बैठे आप लोगों के सामने तो नहीं पर अकेले बैठ के आप उस चीज़ को हमेशा ही रोते रहते थे, परेशान रहते थे। ਹਾਂਜੀ ਬ੍ਰਦਰ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਕਿਸੇ ਵੇਲੇ ਤਾਂ ਮੈਂ ਇਹਨਾਂ ਨੂੰ ਵੀ ਫੀਲ ਨਹੀਂ ਹੋਣ ਦਿੰਦੀ ਸੀ ਵੀ ਮੈਂ ਕਿਉਂ ਘੁੱਟ ਰਹੀ ਹਾਂ ਅੰਦਰੋਂ ਜਾਂ ਕਿਸ ਤਰ੍ਹਾਂ ਮਤਲਬ ਬੱਚੇ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਮੇਰੇ ਵੀ ਬੇਬੀ ਹੋਵੇ ਮੈਂ ਇੱਦਾਂ ਹੀ ਸੋਚਦੀ ਰਹਿਣਾ। ਜਦੋਂ ਮੈਂ ਆਂਢ ਗੁਆਂਢ ਵਿੱਚ ਵੀ ਬੱਚੇ ਦੇਖਦੀ ਸੀ ਕਿ ਮੇਰਾ ਵੀ ਦਿਲ ਕਰਦਾ ਸੀ ਵੀ ਮੇਰਾ ਵੀ ਬੇਬੀ ਹੋਵੇ ਮੈਂ ਵੀ ਉਹਨੂੰ ਇਸੇ ਤਰ੍ਹਾਂ ਹੀ ਖੇਲਦੇ ਦੇਖਾਂ। और बार बार हर बार एक ही रिपोर्ट और बार बार यही डॉक्टरों की बातें सुनते थे और मन में आता था कि शायद मैं अब कभी माँ नहीं बन पाऊंगी, ऐसा मन में आता था ਹਾਂਜੀ ਬ੍ਰਦਰ कि मैं अब गर्भ मेरा जो है वो सूख चुका है, मैं कभी भी माँ नहीं बन पाऊंगी। ਹਾਂਜੀ ਬ੍ਰਦਰ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਸੀ ਮੈਂ ਕਿਸੇ ਨੂੰ ਦੱਸ ਹੀ ਨਹੀਂ ਸਕਦੀ ਸੀ ਬ੍ਰਦਰ ਉਸ ਟਾਈਮ। और अकेले रहना और हस्बैंड वाइफ दोनों ही परेशान रहते थे आप। ਹਾਂਜੀ ਬ੍ਰਦਰ और फिर जब इतनी परेशानियां चल रही थी, बार बार लोगों की बातें, रिश्तेदारों की बातें, तो उस समय फिर चर्च के बारे में आपने कैसे जाना, कैसे पता चला आपको चर्च के बारे में। ਬ੍ਰਦਰ ਸਾਡੇ ਨਾ ਸਿਸਟਰ ਸੀਗੇ ਉਹਨਾਂ ਨੇ ਮੈਨੂੰ 2-3 ਹਫ਼ਤੇ ਫੋਰਸ ਕੀਤਾ ਚਰਚ ਖਾਂਬਰੇ ਬਾਰੇ ਪਰ ਮੇਰੇ ਦਿਮਾਗ 'ਚ ਖਾਂਬਰੇ ਚਰਚ ਬਾਰੇ ਇੱਧਰੋਂ ਉੱਧਰੋਂ ਗੱਲਾਂ ਸੁਣ ਕੇ ਮੈਂ ਸਮਝਦਾ ਵੀ ਖਾਂਬਰਾ ਚਰਚ ਸਹੀ ਨਹੀਂ ਹੈਗਾ ਵੀ ਇੱਥੇ ਲੋਕ ਖਰੀਦੀਆਂ ਹੋਈਆਂ ਵਾ ਮੈਂ ਇਸ ਚੀਜ਼ 'ਤੇ ਵਿਸ਼ਵਾਸ ਨਹੀਂ ਕਰਦਾ ਸੀਗਾ। आप पहले से प्रभु में थे ਹਾਂਜੀ ਬ੍ਰਦਰ ਮੈਂ ਪ੍ਰਭੂ 'ਚ ਸੀਗਾ और ਪਹਿਲਾਂ ਤਾਂ। आपने लोगों की बातें सुनी हुई थी और ये ऐसी बातें आपके मन में थी कि चर्च में जो खामरा चर्च है वो ऐसे कहते हैं, आप विरोध में थे। ਹਾਂਜੀ ਹਾਂਜੀ ਮੈਂ ਇਹ ਸੋਚਦਾ ਸੀਗਾ ਵੀ ਇੱਥੇ ਟੈਸਟ ਮਨੀਆਂ ਖਰੀਦੀਆਂ ਹੋਈਆਂ ਸਾਰੀਆਂ ਅਤੇ ਲੋਕੀ ਇੱਥੇ ਭੰਗੜਾ ਪਾਉਂਦੇ ਆ ਮੈਂ ਇਹ ਚੀਜ਼ ਨੂੰ ਸਹੀ ਨਹੀਂ ਸਮਝਦਾ ਹੁੰਦਾ ਕਿਉਂਕਿ ਜਿੱਦਾਂ ਅਸੀਂ ਸੁਣਦੇ ਸੀ ਇਹ ਚੀਜ਼ਾਂ ਨੂੰ ਗਲਤ ਸਮਝਦੇ ਵੀ ਇਹ ਭੰਗੜਾ ਪਾਉਣਾ ਸਹੀ ਨਹੀਂ ਹੈਗਾ ਜਾਂ ਅਸੀਂ ਸਾਰੇ ਇਹ ਕਹਿੰਦੇ ਹੁੰਦੇ ਵੀ ਟੈਸਟ ਮਨੀਆਂ ਖਰੀਦੀਆਂ ਵਾ। और फिर जब वो उस बहन ने आपको बार बार फोर्स किया, चर्च के बारे में बताया, उन्होंने आपको गवाहियाँ बताई, चर्च के विषय में बताया, तो क्या आता था मन में, आपने उन्हें मना किया जहाँ फिर आप उनके साथ पहली बार कहने पर आए। 2-3 ਹਫ਼ਤੇ ਤਾਂ ਬ੍ਰਦਰ ਅਸੀਂ ਮਨਾ ਹੀ ਕਰਦੇ ਰਹੇ ਫਿਰ ਇੱਕ ਹਫ਼ਤੇ ਕਹਿੰਦੇ ਚਲੋ ਅਸੀਂ ਗੱਡੀ ਕਰਾ ਕੇ ਚੱਲਦੇ ਹਾਂ ਅਤੇ ਅਸੀਂ ਫਿਰ ਉਹਨਾਂ ਨੂੰ ਕਿਹਾ ਚਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਹੈਗੇ ਅਤੇ ਜਦੋਂ ਮੈਂ ਚਰਚ ਦੇ ਵਿੱਚ ਆਇਆ ਅਤੇ ਮੈਂ ਇਹੀ ਸੋਚਦਾ ਸੀਗਾ ਮੈਂ ਕਿਹਾ ਵੀ ਉੱਥੇ ਭੰਗੜੇ ਪਾਉਂਦੇ ਸਾਰੇ ਮੈਂ ਮਨ 'ਚ ਆਤਮਾ ਦੇ ਨਾਲ ਨਹੀਂ ਆਇਆ ਸੀਗਾ ਅਤੇ ਮੈਂ ਇੱਦਾਂ ਹੀ ਆਇਆ ਵੀ ਚੱਲ ਦੇਖਦੇ ਹਾਂ ਜਾ ਕੇ ਦੇਖ ਕੇ ਆਉਂਦੇ ਵੀ ਕਿੱਦਾਂ ਹੈਗਾ ਵਾ ਪਰ ਜਦੋਂ ਮੈਂ ਚਰਚ ਦੇ ਅੰਦਰ ਐਂਟਰ ਹੋਇਆ ਅਤੇ ਮੈਨੂੰ ਜੋ ਖੁਦਾ ਦੀ ਆਤਮਾ ਨੇ ਛੂਹਿਆ ਮੈਂ ਖੁਦ ਨੱਚ ਕੇ ਵਰਸ਼ਿਪ ਕੀਤੀ ਅਤੇ ਮੈਂ ਇੱਥੋਂ ਰੋ ਕੇ ਗਿਆ ਅਤੇ ਖੁਦਾ ਦੀ ਆਤਮਾ ਨੇ ਮੈਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਛੂਹਿਆ। सब थैंक्स करें, तारीफ करें, क्योंकि ये हजूरी अद्भुत है। लोग क्या कहते हैं, आप बाहर से क्या सुनते हैं लोगों से, आपके मन में क्या आता है, ये सब चीज़ें तब तक मायने रखती है जब तक आप अज्ञानता में रहते हैं। पर जब आप जीवित हजूरी में आते हैं, आपको ज्ञान होता है, जब आप समझ पाते हैं परमेश्वर को, आपको समझ में आता है कि सच में जीवित हजूरी कैसी होती है। क्योंकि
यीशु मसीह जीवत खुदा है, उसकी जीवत हजूरी में अद्भुत मसा है और वो खुदा। जब आप पहली बार में आए, मन में तो निराशा थी, जहाँ वो विरोधता थी, पर पहली बार मीटिंग अटेंड करते समय एकदम से आपकी सोच, आपके ख्याल बदले। ਹਾਂਜੀ ਬ੍ਰਦਰ, ਮੈਂ ਜਦੋਂ ਦਾ ਆਉਣ ਲੱਗਾ ਮੈਂ ਕੋਈ ਸੰਡੇ ਮਿਸ ਨਹੀਂ ਕੀਤਾ ਕਦੀ ਵੀ। ਮੈਂ ਹਰ ਮੀਟਿੰਗ ਦੇਖਦਾ ਵਾਂ ਤੇ ਮੈਂ ਬਹੁਤ ਖੁਸ਼ ਹਾਂ। ਪ੍ਰਭੂ ਨੇ ਬਹੁਤ ਬਲੈਸ ਕੀਤਾ ਆ। क्या क्या महसूस किया पहली मीटिंग में ही आप? ਬ੍ਰਦਰ, ਖੁਦਾ ਦੀ ਆਤਮਾ ਨੇ ਮੈਨੂੰ ਇੰਨਾ ਕੁ ਛੋਇਆ ਨਾ, ਮੈਂ ਇੰਨਾ ਕੁ ਰੋਇਆ ਤੇ ਮੈਂ ਇਹ ਸੋਚਦਾ ਵੀ ਖੁਦਾ ਮੇਰੀ ਤੇ ਜ਼ਿੰਦਗੀ ਭਟਕੀ ਪਈ ਸੀ, ਮੈਂ ਸੱਚੀ ਜਗ੍ਹਾ ਹੁਣ ਆ ਗਿਆ। ਇਸ ਤੋਂ ਇਲਾਵਾ ਹੋਰ ਕਿਤੇ ਸੱਚ ਨਹੀਂ ਹੈਗਾ। ਖੁਦਾ ਮਹਾਨ ਆ ਪਰਮੇਸ਼ਵਰ। ਮੈਂ ਬਿਲਕੁਲ ਬਲੈਸ ਹਾਂ। ਉਦੋਂ ਦਾ ਅਸੀਂ ਇੱਕਦਮ ਉਦੋਂ ਦੇ ਆਨੇ ਹੈਗੇ ਆ। यानी कि आप पहले से प्रभु में थे, पर पहली बार आपने अद्भुत मसा को चखा अपनी जिंदगी। ਹਾਂਜੀ ਬ੍ਰਦਰ। आपने उस हजूरी में आके देखा कि सामर्थ, परमेश्वर की सामर्थ कैसे लोगों को टच करती है। ਹਾਂਜੀ ਬ੍ਰਦਰ, ਮੈਂ ਟੈਸਟਮਨੀਆਂ ਨੂੰ ਸੁਣਿਆ। ਮੈਂ ਬ੍ਰਦਰ ਇਹ ਸੋਚਦਾ ਸੀ ਵੀ ਸਭ ਟੈਸਟਮਨੀਆਂ ਇੱਥੇ ਖਰੀਦੀਆਂ ਹੋਈਆਂ ਵਾ, ਪਰ ਜਦੋਂ ਮੈਂ ਟੈਸਟਮਨੀਆਂ ਨੂੰ ਸੁਣਿਆ ਤੇ ਮੈਨੂੰ ਸੱਚਮੁੱਚ ਯਕੀਨ ਹੋ ਗਿਆ ਵੀ ਇੱਥੇ ਸਾਰਾ ਕੁਝ ਸੱਚ ਆ। ਤੇ ਮੈਂ ਖੁਦਾ ਦਾ ਬਹੁਤ ਧੰਨਵਾਦ ਕਰਦਾ ਹਾਂ। ਖੁਦਾ ਨੇ ਜੀਵਤ ਚਰਚ ਦੇ ਨਾਲ ਮੈਨੂੰ ਜੋੜਿਆ। और उसके बाद आपने फिर लगातार चर्च के साथ जुड़े रहे। ਹਾਂਜੀ और पहली बार तो आप अकेले आए और फिर साथ में अपनी वाइफ को भी लेके आप ਹਾਂਜੀ ਬ੍ਰਦਰ। ਹਾਂਜੀ दोनों लगातार चर्च में आते रहे, लगातार मीटिंग को अटेंड करते रहे, वचन को सुना, गवाहियां सुनते, विश्वास बढ़ता गया। और फिर कैसे काम किया परमेश्वर ने आपके जीवन में? ਫਿਰ ਬ੍ਰਦਰ ਮੇਰੀ ਵਾਈਫ ਪ੍ਰੈਗਨੈਂਟ ਹੋਏ। कैसे आपके ये पूरे बताएं, खुलकर बताएं कि कैसे परमेश्वर ने आपके लाइफ में ये काम किया, वो बांझपन का कर्ज कैसे तोड़ा? ਫਿਰ ਬ੍ਰਦਰ ਅਸੀਂ ਚਰਚ ਜਦੋਂ ਲਗਾਤਾਰ ਆਉਣਾ ਸ਼ੁਰੂ ਕੀਤਾ ਤੇ ਮੇਰੀ ਵਾਈਫ ਨੇ ਤੇ ਮੈਂ ਪ੍ਰੇਅਰ ਨੂੰ ਰਿਸੀਵ ਕੀਤਾ ਤੇ ਇਹ ਪ੍ਰੈਗਨੈਂਟ ਹੋਏ। 6 फरवरी 2022 को आप मीटिंग ऑनलाइन देख रहे थे। ਹਾਂਜੀ ਆਨਲਾਈਨ ਦੇਖਣੇ ਸੀ। और जब आप उस मीटिंग को ऑनलाइन देख रहे थे, उस दिन परमेश्वर के दास ने प्रार्थना की थी। ਹਾਂਜੀ बांझपन के रोग जाते रहे, गुप्त रोग जाते रहे, बेबीज ब्लेसिंग के आपको टेस्टिमनीज मिले। पेट ब्लेस हो यीशु के नाम में, गर्भ ब्लेस हो यीशु मसीह के नाम में। आपके गर्भ को मैं कमांड करता हूँ, बी फ्रूटफुल, बी मल्टीप्लाई। आप बढ़ने वाले हो, मल्टीप्लाई होने वाले हो जाए। मैं कमांड करता हूँ पेट को मल्टीप्लाई हो, बी फ्रूटफुल इन जीसस नेम। और जब आप इस प्रार्थना को, सिस्टर आप बताएं कि जब आप इस प्रार्थना को ऑनलाइन सुन रहे थे तो क्या क्या हुआ? आपने जब रिसीव किया, क्या हुआ उसके बाद फिर? ਬ੍ਰਦਰ ਜਦੋਂ ਮੈਂ ਪ੍ਰਾਰਥਨਾ ਨੂੰ ਰਿਸੀਵ ਕੀਤਾ ਤੇ ਮੇਰੇ ਮਨ ਵਿੱਚ ਆਇਆ, ਮੈਂ ਕਿਹਾ ਮੈਂ ਰੋਜ਼ੇ ਰੱਖਣੇ ਹੈਗੇ, ਪ੍ਰਭੂ ਦੇ ਫਾਸਟ ਰੱਖਣੇ ਇਸ ਵਾਰ। ਮੈਂ 40 ਰੋਜ਼ੇ ਰੱਖੇ ਬ੍ਰਦਰ, ਤੇ ਜਦੋਂ ਮੈਂ 23 ਦਿਨ ਬਾਅਦ ਚੈੱਕ ਕੀਤਾ ਤਾਂ ਮੈਂ ਪ੍ਰੈਗਨੈਂਟ ਸੀ। रोजों में ही आपने जब चेक किया तो परमेश्वर ने आपको ब्लेस कर दिया था। ਹਾਂਜੀ ਬ੍ਰਦਰ। इस प्रार्थना को रिसीव करने के बाद परमेश्वर ने छुआ, मन में डाला कि आपने फास्टिंग करनी। ਹਾਂਜੀ brother। आपने फास्टिंग की, लगातार प्रभु की हाँ जी। हजूरी में बने रहे। हाँ जी और रोजों में ही 23 दिन के बाद ਯੈਸ ਬ੍ਰਦਰ। आप प्रेग्नेंट थी। हाँ जी। क्या महसूस किया, क्योंकि 5 साल के बाद पहली बार आप प्रेग्नेंट हुए? क्या क्या महसूस किया, कैसा लगा उस समय? ਮਤਲਬ ਬ੍ਰਦਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਮੈਂ ਇਹੀ ਸੋਚ ਰਹੀ ਸੀ ਵੀ ਮੈਂ ਪਰਮੇਸ਼ਰ ਦੇ ਘਰ ਉੱਥੇ ਪਹਿਲੇ ਕਿਉਂ ਨਹੀਂ ਗਈ ਹੈਗੀ ਜੀਵਿਤ ਚਰਚ ਵਿੱਚ। ਤੇ ਜਦੋਂ ਮੈਂ ਪ੍ਰੇਅਰ ਰਿਸੀਵ ਕਰ ਲਈ, ਇਹ ਵੀ ਬੜੇ ਖੁਸ਼ ਹੋਏ, ਮੈਂ ਇਹਨਾਂ ਨੂੰ ਦੱਸਿਆ ਤੇ ਬੜਾ ਮੈਨੂੰ ਚੰਗਾ ਲੱਗਾ ਵੀ ਪਰਮੇਸ਼ਰ ਨੂੰ ਤਾਂ ਅਸੀਂ ਹੁਣ ਜਾਣਦੇ ਹੀ ਅਸਲ ਵਿੱਚ ਹੋਣਾ ਚੰਗੀ ਤਰ੍ਹਾਂ। और एकदम शौक थे आप, हैरान थे हाँ जी, कि brother। मतलब खुशी इतनी थी कि हाँ आप जी। दोनों, मतलब एकदम से आपने फिर अपने हस्बैंड को भी बताया। ਹਾਂਜੀ ਬ੍ਰਦਰ। और भाई आप बताएं कैसा मैं आपने फील किया उस दिन जब पहली बार आपने अपनी वाइफ का टेस्ट जो पॉजिटिव देखा? ਬ੍ਰਦਰ ਬਹੁਤ ਖੁਸ਼ੀ ਹੋਈ, ਬਹੁਤ ਖੁਦਾ ਦਾ ਧੰਨਵਾਦ ਕੀਤਾ, ਬਹੁਤ ਜ਼ਿਆਦਾ ਖੁਸ਼ੀ ਹੋਈ। और परमेश्वर ने फिर आपकी वाइफ को प्रेगनेंसी के टाइम संभाल के रखा और 5 साल में पहली बार, हाँ। वो भी जब जीवत हजूरी में आए तो परमेश्वर ने आपको आशीषित किया। तो प्रेगनेंसी के बाद परमेश्वर ने आपको ब्लेसिंग दी है। ਹਾਂਜੀ ਬ੍ਰਦਰ। आप खुद बताएं क्या ब्लेसिंग्स दी खुदा ने आपको? ਬ੍ਰਦਰ ਪਰਮੇਸ਼ਰ ਨੇ ਮੈਨੂੰ ਬੇਬੀ ਬੋਏ ਦੇ ਨਾਲ ਬਲੈਸ ਕੀਤਾ। हालेलुया, ये अद्भुत था, क्योंकि जब आप परमेश्वर की हजूरी में आते हैं तो खुदा जानता है आपको क्या चाहिए। आप तो पहले से प्रभु में थे, फास्टिंग भी करते होंगे, हाँ। पहले से बाइबल भी पढ़ते होंगे, प्रार्थना भी करते होंगे, ਹਾਂਜੀ ਬ੍ਰਦਰ। पर तब नहीं हुआ। कब हुआ? जब जीवत हजूरी के नीचे आए, सामर्थ के नीचे आए, मसा के नीचे आए, उस अद्भुत सामर्थ को जब चखा तो परमेश्वर ने इस बहन के उस बांझपन को तोड़ा, उस कर्ज को तोड़ा। और मैरिज के 5 साल बाद इस बहन को परमेश्वर ने बेबी बॉय के साथ ब्लेस किया। जो लोग बातें करते थे या पूछते थे, जब आपको अब परमेश्वर ने ब्लेस किया, वो क्या कहते हैं अब? ਬਸ ਬ੍ਰਦਰ ਉਹ ਇਹੀ ਕਹਿੰਦੇ ਵੀ ਮਤਲਬ ਇਹ ਕਿੱਦਾਂ ਹੋ ਗਿਆ,
ਤੁਸੀਂ ਦਵਾਈ ਖਾਧੀ ਕੋਈ ਜਾਂ ਕਿੱਦਾਂ? ਮੈਂ ਕਿਹਾ ਨਹੀਂ, ਮੈਂ ਪਰਮੇਸ਼ਰ ਦੇ ਘਰ ਵਿੱਚ ਗਈ, ਜੀਵਿਤ ਚਰਚ ਵਿੱਚ, ਮੈਨੂੰ ਉੱਥੋਂ ਹੀ ਬਲੈਸਿੰਗ ਮਿਲੀ ਹੈ। भाई आप बताएं कि आपके दोस्त या रिश्तेदार अब क्या कहते हैं? ਬ੍ਰਦਰ ਸਾਰੇ ਹੀ ਹੈਰਾਨ ਹੈ ਇਸ ਚੀਜ਼ ਨੂੰ ਲੈ ਕੇ। ਮੇਰੇ ਖੁਦ ਦੇ ਰਿਸ਼ਤੇਦਾਰ ਕਹਿੰਦੇ ਸੀ ਵੀ ਇਹਨਾਂ ਦੇ ਬੇਬੀ ਨਹੀਂ ਕਦੇ ਵੀ ਹੋਣਾ, ਪਰ ਮੇਰੀ ਵਾਈਫ ਨੇ ਜਦੋਂ ਪ੍ਰੈਗਨੈਂਟ ਸੀਗੇ ਇਹਨਾਂ ਨੂੰ ਉਦੋਂ ਕਿਹਾ ਵੀ ਖੁਦਾ ਤੂੰ ਸਾਨੂੰ ਬੇਟਾ ਦੇਈ ਤੇ ਅਸੀਂ ਤੇਰੇ ਘਰ ਹੀ ਦੇਣਾ, ਵੇ ਤੇਰੀ ਸੇਵਾ ਹੀ ਕਰੇਗਾ। ਤੇ ਇਹ ਸਾਡਾ ਸਨ ਨਹੀਂ ਹੈਗਾ, ਇਹ ਪਾਪਾ ਦਾ ਸਨ ਆ, ਅਸੀਂ ਉਹਨਾਂ ਨੂੰ ਦੇ ਦਿੱਤਾ ਹੈਗਾ ਇਹਨੂੰ। हालेलुया। सब जोर से तालियों के साथ परमेश्वर का थैंक्स करें, क्योंकि अद्भुत है। बाइबल कहती है हन्ना ने मांगा नहीं मिला, पर जब खुदा से वायदा किया परमेश्वर मुझे दे दे, ये बांझपन का जो दाग मेरे ऊपर लगा हुआ है ये टूट जाए, और जो तू मुझे देगा मैं तेरी सेवा के लिए दे दूंगा। ऐसा ही प्रण इन्होंने भी किया परमेश्वर के साथ, और खुदा ने इन्हें आशीषित और ब्लेस किया। मेरा विश्वास है जितने लोग आप ऑनलाइन इस प्रार्थना के साथ जुड़े हुए हैं, आपका जीवन सेम नहीं रहेगा। ये हजूरी अद्भुत है। बाइबल कहती, वचन कहता है कि खुदा ने आपको चुना ठहराया ताकि आप फल लेकर आओ, और वो फल हमेशा ही आपके जीवन में बना रहे। सब थैंक्स करें, तारीफ करें। इस प्रार्थना में पूरी फायर के साथ आपने इस प्रार्थना में रहना है। 8 से 9 हर रोज आप प्रेयर माउंटेन के साथ जितने लोग भी जुड़ते हैं, परमेश्वर आपको सेम नहीं रहने देगा, आपकी जिंदगियां सेम नहीं रहेंगी। अपने आंखों को बंद करें, घुटनों पे आ जाओ, हाथों को उठाते हुए घर भाषा में सब जन प्रार्थना